ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਅੱਜ ਆਪਾਂ ਡਿਸਕਸ ਕਰਾਂਗੇ ਇੱਕ ਨਵੇਂ ਕਿਊ ਕਾਰਡ ਬਾਰੇ ਜਿਹਦਾ ਨਾਮ ਹੈ ਡਿਸਕ੍ਰਾਈਬ ਐਨ ਓਕੇਜ਼ਨ ਵੈਨ ਯੂ ਵੇਟਿਡ ਅ ਲੌਂਗ ਟਾਈਮ ਫॉर ਅ ਨਾਈਸ ਥਿੰਗ। ਕਿ ਇਹੋ ਜਿਹੀ ਓਕੇਜ਼ਨ ਬਾਰੇ ਦੱਸੋ ਜਦੋਂ ਤੁਸੀਂ ਵੇਟ ਕੀਤੀ ਸੀ ਲੰਬੇ ਟਾਈਮ ਲਈ ਕਿਸੇ ਵਧੀਆ ਚੀਜ਼ ਵਾਸਤੇ। ਸੋ ਇਹਦੇ ਪੁਆਇੰਟਸ ਹੈਗੇ ਨੇ ਜੀ, ਵੈਨ ਇਟ ਹੈਪਨਡ, ਇਹ ਕਦੋਂ ਦੀ ਗੱਲ ਹੈ, ਵਾਟ ਦਾ ਨਾਈਸ ਥਿੰਗ ਵਾਜ਼, ਉਹ ਵਧੀਆ ਚੀਜ਼ ਕੀ ਸੀ, ਹਾਊ ਲੌਂਗ ਯੂ ਵੇਟਿਡ, ਤੁਸੀਂ ਕਿੰਨੇ ਟਾਈਮ ਤੱਕ ਵੇਟ ਕੀਤੀ ਸੀ, ਵਾਈ ਯੂ ਵੇਟਿਡ ਫॉर ਅ ਲੌਂਗ ਟਾਈਮ, ਤੁਸੀਂ ਇੰਨੇ ਲੰਬੇ ਸਮੇਂ ਤੱਕ ਕਿਉਂ ਵੇਟ ਕੀਤੀ ਸੀ, ਐਂਡ ਐਕਸਪਲੇਨ ਹਾਊ ਯੂ ਫੈਲਟ ਅਬਾਊਟ ਦਾ ਐਕਸਪੀਰੀਅੰਸ, ਤੇ ਤੁਸੀਂ ਕਿੱਦਾਂ ਮਹਿਸੂਸ ਕਰਿਆ ਸੀ, ਆਪਣਾ ਐਕਸਪੀਰੀਅੰਸ ਹੈ ਜਿਹੜਾ ਉਹਦੇ ਬਾਰੇ ਦੱਸੋ। ਸੋ ਆਪਾਂ ਕਿਊ ਕਾਰਡ ਸਟਾਰਟ ਕਰਦੇ ਹਾਂ। ਵੈਲ ਵੇਟਿੰਗ ਇਜ਼ ਨੋਟ ਐਵਰੀ ਵਨਸ ਕੱਪ ਆਫ ਟੀ। ਕੱਪ ਆਫ ਟੀ ਹੁੰਦਾ ਕਿਸੇ ਚੀਜ਼ ਨੂੰ ਲਾਈਕ ਕਰਨਾ। ਤਾਂ ਇਹਨਾਂ ਨੇ ਕੀ ਕਿਹਾ ਹੈ ਕਿ ਜਿਹੜੀ ਵੇਟਿੰਗ ਹੈ ਉਹ ਉਸਨੂੰ ਹਰ ਇੱਕ ਬੰਦਾ ਜਿਹੜਾ ਉਹ ਲਾਈਕ ਨਹੀਂ ਕਰਦਾ, ਐਂਡ ਆਈ ਐਮ ਨੋਟ ਐਨ ਐਕਸੈਪਸ਼ਨ। ਤੇ ਮੈਂ ਵੀ ਕੋਈ ਐਕਸੈਪਸ਼ਨਲ ਕੇਸ ਨਹੀਂ ਆ, ਬਾਕੀਆਂ ਵਾਂਗੂ ਮੈਨੂੰ ਵੀ ਵੇਟ ਕਰਨਾ ਪਸੰਦ ਨਹੀਂ ਹੈ। ਦੇਰ ਆਰ ਪਲੇਥੋਰਾ ਆਫ ਸਿਚੁਏਸ਼ਨਸ ਵੈਨ ਵੀ ਹੈਵ ਟੂ ਵੇਟ ਫॉर ਵੇਰੀਅਸ ਥਿੰਗਸ। ਮਤਲਬ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਸਿਚੁਏਸ਼ਨਸ ਹੁੰਦੀਆਂ ਨੇ ਜਦੋਂ ਆਪਾਂ ਨੂੰ ਵੇਟ ਕਰਨੀ ਪੈਂਦੀ ਹੈ। ਪਲੇਥੋਰਾ ਮਤਲਬ ਬਹੁਤ ਸਾਰੀਆਂ, ਬਹੁਤ ਜ਼ਿਆਦਾ। ਹੇਅਰ ਆਈ ਐਮ ਗੋਇੰਗ ਟੂ ਟਾਕ ਅਬਾਊਟ ਐਨ ਐਕਸਪੀਰੀਅੰਸ। ਉਰੇ ਮੈਂ ਗੱਲ ਕਰਨ ਜਾ ਰਹੀ ਹਾਂ ਆਪਣੇ ਇੱਕ ਐਕਸਪੀਰੀਅੰਸ ਬਾਰੇ। ਵੈਨ ਆਈ ਹੈਡ ਟੂ ਵੇਟ ਫॉर ਸਮਥਿੰਗ ਫੈਬੂਲਸ ਫॉर ਅ ਪ੍ਰੋਲੋਂਗ ਪੀਰੀਅਡ ਆਫ ਟਾਈਮ। ਕਿ ਜਦੋਂ ਮੈਨੂੰ ਵੇਟ ਕਰਨੀ ਪਈ ਸੀ ਕਿਸੇ ਫੈਬੂਲਸ ਮਤਲਬ ਹੁੰਦਾ ਕਿਸੇ ਵਧੀਆ ਚੀਜ਼ ਵਾਸਤੇ, ਕਿਸੇ ਘੈਂਟ ਚੀਜ਼ ਵਾਸਤੇ, ਫॉर ਅ ਪ੍ਰੋਲੋਂਗਡ ਪੀਰੀਅਡ ਆਫ ਟਾਈਮ। ਪ੍ਰੋਲੋਂਗਡ ਯਾਨੀ ਕਿ ਲੰਬੇ ਸਮੇਂ ਦੇ ਲਈ ਮੈਨੂੰ ਵੇਟ ਕਰਨੀ ਪਈ ਸੀ। ਐਕਚੁਅਲੀ ਆਈ ਵਾਂਟਿਡ ਟੂ ਪਰਚੇਜ਼ ਐਨ ਐਕਟਿਵਾ। ਐਕਚੁਅਲੀ ਮੈਂ ਇੱਕ ਐਕਟਿਵਾ ਪਰਚੇਜ਼ ਕਰਨਾ ਚਾਹੁੰਦਾ ਸੀ। ਫॉर ਦਿਸ ਆਈ ਵੈਂਟ ਟੂ ਮੈਨੀ ਸ਼ੋਰੂਮਸ ਇਨ ਨਾਭਾ ਸਿਟੀ ਵਿਦ ਮਾਈ ਕਲੋਜ਼ ਫਰੈਂਡ ਗੁਰਪ੍ਰੀਤ। ਇਸ ਚੀਜ਼ ਲਈ ਮੈਂ ਬਹੁਤ ਸਾਰੇ ਸ਼ੋਰੂਮਸ ਦੇ ਵਿੱਚ ਗਿਆ ਜੋ ਕਿ ਨਾਭਾ ਸਿਟੀ ਦੇ ਵਿੱਚ ਨੇ। ਕਿਸ ਦੇ ਨਾਲ ਗਿਆ ਸੀ? ਆਪਣੇ ਕਲੋਜ਼ ਫਰੈਂਡ ਗੁਰਪ੍ਰੀਤ ਦੇ ਨਾਲ। ਬਿਕੋਜ਼ ਹੀ ਹੈਜ਼ ਗੁੱਡ ਨੌਲੇਜ ਅਬਾਊਟ ਆਟੋਮੋਬਾਈਲਸ। ਕਿਉਂਕਿ ਉਸਨੂੰ ਆਟੋਮੋਬਾਈਲਸ ਬਾਰੇ ਬਹੁਤ ਨੌਲੇਜ ਆ। ਆਟੋਮੋਬਾਈਲਸ ਯਾਨੀ ਕਿ ਵਹੀਕਲਸ ਵਗੈਰਾ, ਸਕੂਟੀ, ਕਾਰ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਬੋਲਦੇ ਹਾਂ ਆਟੋਮੋਬਾਈਲਸ। ਮੇਨਲੀ ਟਰਾਂਸਪੋਰਟ ਸਿਸਟਮ ਆਪਣਾ ਜੋ ਵੀ ਹੈਗਾ, ਵਹੀਕਲਸ ਜਿੰਨੇ ਵੀ ਨੇ ਸਾਰੇ। ਅਪਾਰਟ ਫਰੋਮ ਇਟ, ਇਸ ਤੋਂ ਇਲਾਵਾ ਵੀ ਬੋਥ ਚੈੱਕਡ ਵੇਰੀਅਸ ਮੋਡਲਸ, but I wanted to buy Activa 6G in black color because of its splendid look and design. ਅਪਾਰਟ ਫਰੋਮ ਇਟ ਯਾਨੀ ਕਿ ਇਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਜਿਹੜੇ ਮਾਡਲਸ ਨੇ ਉਹ ਚੈੱਕ ਕੀਤੇ, ਬਟ ਮੈਂ ਐਕਟਿਵਾ 6G ਹੀ ਖਰੀਦਣਾ ਚਾਹੁੰਦਾ ਸੀ, ਉਹ ਵੀ ਬਲੈਕ ਕਲਰ ਦੇ ਵਿੱਚ। ਇਹਦਾ ਰੀਜ਼ਨ ਕੀ ਸੀ? ਬਿਕੋਜ਼ ਆਫ ਇਟਸ ਸਪਲੈਂਡਿਡ ਲੁੱਕ। ਸਪਲੈਂਡਿਡ ਹੁੰਦਾ ਐਕਸੀਲੈਂਟ, ਬਿਊਟੀਫੁਲ ਜਾਂ ਫਿਰ ਕੋਈ ਇੰਪ੍ਰੈਸਿਵ ਜੀ ਚੀਜ਼। ਸਪਲੈਂਡਿਡ ਲੁੱਕ ਐਂਡ ਡਿਜ਼ਾਈਨ। ਅਨਫੋਰਚੂਨੇਟਲੀ ਯਾਨੀ ਕਿ ਬਦਕਿਸਮਤੀ ਦੇ ਨਾਲ, ਦ ਕਲਰ ਆਫ ਮਾਈ ਚੋਇਸ ਵਾਜ਼ ਨੋਟ ਅਵੇਲੇਬਲ ਐਟ ਦੈਟ ਟਾਈਮ। ਕਿ ਜਿਹੜਾ ਕਲਰ ਮੈਨੂੰ ਚਾਹੀਦਾ ਸੀਗਾ ਜਾਂ ਮੇਰੀ ਪਸੰਦ ਦਾ ਕਲਰ ਸੀ ਉਹ ਅਵੇਲੇਬਲ ਨਹੀਂ ਸੀਗਾ। ਕਿਉਂ? ਡਿਊ ਟੂ ਹੈਵੀ ਡਿਮਾਂਡ ਫਰੋਮ ਕਸਟਮਰਸ। ਕਿਉਂਕਿ ਉਸ ਕਲਰ ਦੀ ਜਿਹੜੀ ਆ ਬਹੁਤ ਭਾਰੀ ਡਿਮਾਂਡ ਸੀਗੀ ਕਸਟਮਰਸ ਵੱਲੋਂ। ਸੋ ਆਈ ਵਾਜ਼ ਇਨਫੋਰਮ ਟੂ ਵੇਟ ਫॉर ਫਿਊ ਮੰਥਸ। ਸੋ ਇਸ ਕਰਕੇ ਮੈਨੂੰ ਇਨਫੋਰਮ ਕੀਤਾ ਗਿਆ ਕਿ ਮੈਂ ਕੁਝ ਮਹੀਨਿਆਂ ਲਈ ਇੰਤਜ਼ਾਰ ਕਰਾਂ। ਓਨੈਸਟਲੀ that 2 months were very difficult for me. ਸੱਚ ਦੱਸਾਂ ਤਾਂ ਜਿਹੜੇ ਉਹ 2 ਮਹੀਨੇ ਸੀਗੇ ਮੇਰੇ ਵਾਸਤੇ ਬਹੁਤ ਮੁਸ਼ਕਿਲ ਸੀ। I would say I was counting days to buy a scooter. ਮੈਂ ਇਹ ਕਹਿਣਾ ਚਾਹੂੰਗਾ ਕਿ ਮੈਂ ਦਿਨ ਗਿਣ ਰਿਹਾ ਸੀਗਾ ਸਕੂਟਰ ਖਰੀਦਣ ਵਾਸਤੇ। Finally I received a call from the Honda showroom. ਸੋ ਫਾਈਨਲੀ ਮੈਂ ਇੱਕ ਮਤਲਬ ਕਾਲ ਹੈ ਜਿਹੜੀ ਉਹ ਰਿਸੀਵ ਕੀਤੀ ਕਿਹਨਾਂ ਵੱਲੋਂ? ਹੋਂਡਾ ਸ਼ੋਰੂਮ ਵਾਲਿਆਂ ਵੱਲੋਂ। that the same model is available now. ਤੇ ਮੈਨੂੰ ਪਤਾ ਚੱਲਿਆ ਕਿ ਜਿਹੜਾ ਮਾਡਲ ਮੈਂ ਪਸੰਦ ਕੀਤਾ ਸੀ ਉਹ ਹੁਣ ਜਿਹੜਾ ਅਵੇਲੇਬਲ ਹੋ ਚੁੱਕਿਆ ਹੈ। ਆਈ ਵਾਜ਼ ਔਨ ਕਲਾਊਡ 9। ਉਸ ਟਾਈਮ ਮੈਂ ਐਕਸਟ੍ਰੀਮਲੀ ਹੈਪੀ ਸੀ। ਕਲਾਊਡ 9 ਇੱਕ ਈਡੀਅਮ ਹੈ, ਇਹਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਖੁਸ਼ ਹੋਣਾ, ਯਾਨੀ ਕਿ ਐਕਸਟ੍ਰੀਮਲੀ ਹੈਪੀ ਹੋਣਾ। I was on cloud 9 that time and was thinking I had found a perfect vehicle for myself. ਐਂਡ ਮੈਂ ਸੋਚ ਰਿਹਾ ਸੀ ਕਿ ਮੈਂ ਆਪਣੇ ਵਾਸਤੇ ਇੱਕ ਜਿਹੜਾ ਪਰਫੈਕਟ ਵਹੀਕਲ ਹੈ ਉਹ ਲੱਭ ਲਿਆ ਸੀ। ਆਫਟਰ 4 days ਐਕਟਿਵਾ ਵਾਜ਼ ਇਨ ਮਾਈ ਹੈਂਡਸ। 4 ਦਿਨਾਂ ਬਾਅਦ ਜਿਹੜੀ ਐਕਟਿਵਾ ਸੀਗੀ ਉਹ ਮੇਰੇ ਹੱਥਾਂ ਵਿੱਚ ਸੀ। ਇਟ ਵਾਜ਼ ਰੀਅਲੀ ਅ ਮੈਮੋਰੇਬਲ ਐਕਸਪੀਰੀਅੰਸ ਫॉर ਮੀ। ਸੱਚੀ ਦੱਸਾਂ ਤਾਂ ਇਹ ਮੇਰੇ ਲਈ ਬਹੁਤ ਹੀ ਯਾਦਗਾਰ ਜਿਹੜਾ ਐਕਸਪੀਰੀਅੰਸ ਸੀਗਾ। ਹੈਂਸ ਦਿਸ ਵਾਜ਼ ਦਾ ਸਿਚੁਏਸ਼ਨ ਵੈਨ ਆਈ ਵੇਟਿਡ ਫॉर ਸਮਥਿੰਗ ਨਾਈਸ। ਸੋ ਇਹ ਇੱਕ ਸਿਚੁਏਸ਼ਨ ਸੀ ਜਦੋਂ ਮੈਂ ਕਿਸੇ ਵਧੀਆ ਚੀਜ਼ ਲਈ ਜਾਂ ਨਾਈਸ ਚੀਜ਼ ਲਈ ਇੰਤਜ਼ਾਰ ਕੀਤਾ ਸੀ। ਥੈਂਕ ਯੂ ਸੋ ਮਚ। ਹੋਪਫੁਲੀ ਤੁਹਾਨੂੰ ਇਹ ਕਿਊ ਕਾਰਡ ਸਮਝ ਲੱਗਿਆ ਹੋਊਗਾ।